हेलो दोस्तों, पिछले ਲੈਕਚਰ ਦੇ ਵਿੱਚ ਆਪਾਂ ਗੁਣਨਖੰਡਾਂ ਅਤੇ ਗੁੰਜ ਬਾਰੇ ਗੱਲ ਕੀਤੀ ਸੀ। ਇਸ ਲੈਕਚਰ ਦੇ ਵਿੱਚ ਉਸੇ ਦੀਆਂ ਐਪਲੀਕੇਸ਼ਨਸ ਨੂੰ ਅੱਗੇ ਚੱਲਦੇ ਹੋਏ, ਉਹਨਾਂ ਦੇ ਯੂਜ਼ਸ ਨੂੰ ਅੱਗੇ ਚੱਲਦੇ ਹੋਏ ਆਪਾਂ ਬੜੇ ਇੰਪੋਰਟੈਂਟ ਟੌਪਿਕ ਦੀ ਗੱਲ ਕਰਾਂਗੇ, ਅਭਾਜ ਅਤੇ ਭਾਜ ਸੰਖਿਆਵਾਂ। ਦ ਮੋਸਟ ਇੰਪੋਰਟੈਂਟ ਟੌਪਿਕ, prime and composite numbers. Prime and composite numbers, ਭਾਜ ਅਤੇ ਅਭਾਜ ਸੰਖਿਆਵਾਂ। ਉਸ ਤੋਂ ਪਹਿਲਾਂ ਇਹਨੂੰ ਡੈਫੀਨੇਸ਼ਨ ਤੋਂ ਪਹਿਲਾਂ ਆਪਾਂ ਸੰਖਿਆਵਾਂ ਤੇ ਗੁਣਨਖੰਡ ਦੀ ਗੱਲ ਕਰਦੇ ਹਾਂ। ਕੁਝ ਉਦਾਹਰਨਾਂ ਲੈ ਕੇ ਚੱਲਦਾ ਮੈਂ, ਇੱਕ ਟੇਬਲ ਬਣਾਉਣਾ, ਸੰਖਿਆਵਾਂ, ਗੁਣਨਖੰਡ, ਗੁਣਨਖੰਡਾਂ ਦੀ ਗਿਣਤੀ, ਨੰਬਰਸ, ਫੈਕਟਰਸ, ਨੰਬਰ ਆਫ ਫੈਕਟਰਸ। ਸੰਖਿਆ 1 ਦਾ ਗੁਣਨਖੰਡ 1 ਹੀ ਹੈ। 2 1 ਦੇ ਪਹਾੜੇ ਤੇ ਗਿਆ, 2 ਦੇ ਪਹਾੜੇ ਤੇ ਗਿਆ। 3 1 ਦੇ ਪਹਾੜੇ ਤੇ ਗਿਆ, 3 ਦੇ ਪਹਾੜੇ ਤੇ ਗਿਆ। 4 1 ਤੇ ਗਿਆ, 2 ਤੇ ਗਿਆ, 4 ਤੇ ਗਿਆ। 5 1 ਦੇ ਪਹਾੜੇ ਤੇ ਗਿਆ, 5 ਦੇ ਪਹਾੜੇ ਤੇ ਗਿਆ। 6 1 ਦੇ ਪਹਾੜੇ ਤੇ ਗਿਆ, 2 ਦੇ ਪਹਾੜੇ ਤੇ ਗਿਆ, 3 ਦੇ ਪਹਾੜੇ ਤੇ ਗਿਆ, 6 ਤੇ ਗਿਆ। 7 1 ਦੇ ਪਹਾੜੇ ਤੇ ਗਿਆ, 7 ਦੇ ਪਹਾੜੇ ਤੇ ਗਿਆ। 8 1 ਦੇ ਪਹਾੜੇ ਤੇ, 2 ਦੇ, 4 ਤੇ 8 ਤੇ। 9 1 ਦੇ ਪਹਾੜੇ ਤੇ, 3 ਦੇ ਪਹਾੜੇ ਤੇ, 9 ਦੇ ਪਹਾੜੇ ਤੇ। 10 1 ਦੇ ਪਹਾੜੇ ਤੇ, 2 ਦੇ ਪਹਾੜੇ ਤੇ, 5। ਮੈਂ ਕੁਝ ਨਾਲ ਉਦਾਹਰਨਾਂ ਲਿਖੀਆਂ, 10 ਉਦਾਹਰਨਾਂ ਤੱਕ ਆਪਾਂ ਵਰਕ ਕਰਦੇ ਹਾਂ। ਹੁਣ ਕਿੰਨੇ ਗੁਣਨਖੰਡ ਹੈ? ਇੱਥੇ ਗਿਣਤੀ 1 ਹੈ, ਇੱਥੇ 2 ਹੈ, ਇੱਥੇ 2 ਗੁਣਨਖੰਡ ਹੈ, ਇੱਥੇ 3 ਹੈ, ਇੱਥੇ 2 ਹੈ, 4 2 4 3 4। ਆਈ ਆਪਾਂ ਅੱਗੇ 11 ਦਾ ਚੈੱਕ ਕਰਾਂਗੇ। 1 ਤੇ 11 12 ਦੇ ਕਈ ਬਣਦੇ ਨੇ, ਠੀਕ ਹੈ। ਤਾਂ ਆਪਣੇ ਕੋਲੇ ਉਰੇ 3 ਕੈਟਾਗਰੀਜ਼ ਨੇ ਦੋਸਤੋ, 3 ਕੈਟਾਗਰੀਜ਼, 3 'ਚ ਗੱਲ ਕਰਾਂਗੇ। ਪਹਿਲੀ ਕੈਟਾਗਰੀ ਆਹ ਕਿਹੜੀ ਹੈ? ਇਹ ਜਿੱਥੇ ਗੁਣਨਖੰਡ ਜਿਹਦੇ 2 ਨੇ। 2 ਦਾ ਮਤਲਬ ਜਿਹੜੀ ਸਿਰਫ 2 ਪਹਾੜਿਆਂ ਤੇ ਵੰਡੀ ਜਾਂਦੀ ਹੈ, ਉਹ ਹੁੰਦੀ ਹੈ ਅਭਾਜ ਸੰਖਿਆ। ਪ੍ਰਾਈਮ ਨੰਬਰ, ਜਿਹੜੀ ਸੰਖਿਆ ਸਿਰਫ 2 ਪਹਾੜਿਆਂ ਤੇ ਵੰਡੀ ਜਾਵੇ, ਲਿਖਾਂਗੇ ਡਿਟੇਲ 'ਚ, ਪਹਿਲਾਂ ਮੈਂ ਇੱਥੇ ਸਮਝਾ ਰਿਹਾ। ਜਿਹਦੇ 2 ਗੁਣਨਖੰਡ ਹੋਣ, ਉਹ ਕਿਹੜੀ ਹੁੰਦੀ ਹੈ? ਅਭਾਜ ਸੰਖਿਆ, ਸਿਰਫ 2 ਪਹਾੜਿਆਂ ਤੇ ਵੰਡੀ ਜਾਂਦੀ ਹੈ। ਇਹ ਹੋ ਗਈ ਪਹਿਲੀ ਕੈਟਾਗਰੀ। ਦੂਸਰੀ, ਜਿੱਥੇ 2 ਤੋਂ ਵੱਧ ਗੁਣਨਖੰਡ ਹੁੰਦੇ ਨੇ। ਇੱਕ ਤਾਂ 2, ਆ ਤਾਂ 2 ਦਾ ਕੇਸ ਹੋ ਗਿਆ, ਦੇਖੋ। ਇੱਕ 2 ਤੋਂ ਵੱਧ ਵਾਲਾ ਕੇਸ ਹੋ ਗਿਆ, ਜਿਹਦੇ 2 ਤੋਂ ਵੱਧ ਗੁਣਨਖੰਡ ਹੋਣ। ਆ ਨੀਚੇ ਦੋ ਸਾਰੇ 2 ਤੋਂ ਵੱਧ ਵਾਲੇ ਨੇ। ਤਾਂ 2 ਤੋਂ ਵੱਧ ਵਾਲੇ ਕਿਹੜੇ ਹੁੰਦੇ ਨੇ? ਉਹ ਹੁੰਦੇ ਨੇ ਭਾਜ। ਤਾਂ ਆ ਵੀ ਭਾਜ ਆ ਗਈ। ਉਰੇ 4 ਗੁਣਨਖੰਡ ਹੈ, ਇੱਥੇ 4 ਹੈ, ਭਾਜ ਆ ਗਈ। ਇੱਥੇ 4 ਹੈ, 3 ਹੈ, ਭਾਜ ਆ ਗਈ। ਇੱਥੇ 4 ਹੈ, ਭਾਜ ਆ ਗਈ। ਤਾਂ ਆਪਾਂ 2 ਗੱਲਾਂ ਕਰ ਲਈਆਂ, 2 ਗੁਣਨਖੰਡਾਂ ਵਾਲੀਆਂ, 2 ਪਹਾੜੇ ਤੇ ਵੰਡੇ ਜਾਣ ਵਾਲੀਆਂ, 2 ਤੋਂ ਵੱਧ ਵਾਲੀਆਂ, ਜਿਹੜੀ 2 ਤੋਂ ਵੱਧ ਪਹਾੜੇ ਤੇ ਵੰਡੀ ਜਾਂਦੀ ਹੈ। ਤੇ ਇੱਥੇ ਸਮੱਸਿਆ ਕਿਹਦੀ ਰਹਿ ਗਈ? ਇਸ ਤੋਂ ਬਾਅਦ ਸਿਰਫ 1 ਦੀ ਰਹਿ ਗਈ। ਤਾਂ ਇਹਦੇ ਗੁਣਨਖੰਡ 2 ਤੋਂ ਘੱਟ ਨੇ, ਹੈ ਨਾ। ਤਾਂ ਇਹਦਾ ਮਤਲਬ ਇਹਦੀ ਕੋਈ ਕੈਟਾਗਰੀ ਨਹੀਂ, ਨਾ ਅਭਾਜ ਹੈ ਤੇ ਨਾ ਹੀ ਭਾਜ। ਤਾਂ ਇਹ ਆਪਣਾ ਛੋਟਾ ਜਿਹਾ ਕਨਸੈਪਟ ਹੈ, ਜਿਸ ਨੂੰ ਮੈਂ ਇੱਕ ਟੇਬਲ ਫਾਰਮ 'ਚ ਬਣਾਇਆ ਹੈ। ਹੁਣ ਆਪਾਂ ਗੱਲ ਕਰਦੇ ਹਾਂ ਇਹਨਾਂ ਦੀਆਂ ਪਰਿਭਾਸ਼ਾਵਾਂ ਦੀਆਂ। ਪਰਿਭਾਸ਼ਾਵਾਂ ਕੀ ਕਹਿੰਦੀਆਂ ਨੇ? ਸਭ ਤੋਂ ਪਹਿਲਾਂ ਅਭਾਜ ਸੰਖਿਆਵਾਂ। ਤਾਂ ਫਿਰ ਅਭਾਜ ਸੰਖਿਆਵਾਂ ਕਿਹੜੀਆਂ ਹੋ ਗਈਆਂ? ਪ੍ਰਾਈਮ ਨੰਬਰਸ ਕਿਹੜੇ ਹੋ ਗਏ? ਉਹ ਸੰਖਿਆਵਾਂ ਜਿਨ੍ਹਾਂ ਦੇ ਐਗਜ਼ੈਕਟ 2 ਗੁਣਨਖੰਡ ਹੋਣ। ਤੇ ਗੁਣਨਖੰਡ ਦਾ ਮਤਲਬ ਕੀ ਹੁੰਦਾ? 2 ਦੇ 2 ਪਹਾੜਿਆਂ ਤੇ ਵੰਡੀ ਜਾਵੇ। ਤਾਂ ਕਿਹੜੀਆਂ ਕਿਹੜੀਆਂ ਹੁੰਦੀਆਂ ਨੇ? 2 3 5 7। ਚੈੱਕ ਕਰਕੇ ਦੇਖੋ, 11 ਆ ਜਾਊਗਾ, 13 ਆ ਜੂ, 17 ਆ ਜੂ, 19 ਆ ਜੂ, 23 29 31। ਇਸ ਤਰੀਕੇ ਨਾਲ ਇਹ ਹੁੰਦੀਆਂ ਨੇ ਅਭਾਜ। ਤੇ ਭਾਜ ਕਿਹੜੀਆਂ ਹੋ ਗਈਆਂ? ਫਿਰ
ਕੰਪੋਜ਼ਿਟ ਕਿਹੜੀਆਂ ਹੋ ਗਈਆਂ? ਉਹ ਸੰਖਿਆਵਾਂ ਜਿਨ੍ਹਾਂ ਦੇ 2 ਤੋਂ ਵੱਧ ਗੁਣਨਖੰਡ ਹੋਣ। ਦੇਖੋ ਇੱਥੇ ਗੱਲ ਕੀਤੀ ਸੀ ਸਿਰਫ 2 ਗੁਣਨਖੰਡ, 2 ਪਹਾੜਿਆਂ ਤੇ ਵੰਡੀ ਜਾਵੇ। 2 ਤੋਂ ਵੱਧ ਗੁਣਨਖੰਡ, 2 ਤੋਂ ਵੱਧ ਪਹਾੜਿਆਂ ਤੇ ਵੰਡੀ ਜਾਵੇ। ਕਿਹੜੀਆਂ ਕਿਹੜੀਆਂ ਨੇ? 4 6 8 9 10 12 14 15 16 18 20 21 22 24 ਇਹ ਸਾਰੀਆਂ ਨੇ। ਠੀਕ ਹੋ ਗਈ ਗੱਲ? ਤਾਂ ਇੱਥੇ ਦੇਖੋ ਸਭ ਤੋਂ ਇੰਟਰਸਟਿੰਗ ਚੀਜ਼ ਇੱਕ ਬੜੀ ਕਨਫਿਊਜ਼ਨ ਹੈ, ਮੈਂ ਆਲਰੇਡੀ ਕਲੀਅਰ ਕਰ ਗਿਆ ਕਿਉਂਕਿ ਇੱਕ ਦੇ ਜਿਹੜੇ ਗੁਣਨਖੰਡ ਹੈ ਸਿਰਫ ਇੱਕੋ ਹੀ ਹੁੰਦਾ ਹੈ। ਤਾਂ ਕਿਉਂਕਿ ਆਪਣੀ ਸ਼ਰਤ ਕੀ ਹੈ? ਅਭਾਜ ਦੀ 2 ਗੁਣਨਖੰਡਾਂ ਦੀ ਤੇ ਭਾਜ ਦੀ 2 ਤੋਂ ਵੱਧ ਗੁਣਨਖੰਡਾਂ ਦੀ। ਤਾਂ ਫਿਰ ਇੱਕ ਇਹੋ ਜਿਹੀ ਸੰਖਿਆ ਹੋ ਗਈ। ਪਹਿਲਾ ਰੂਲ, ਇੱਕ ਅਜਿਹੀ ਸੰਖਿਆ ਹੈ ਜੋ ਨਾ ਭਾਜ ਹੈ ਅਤੇ ਨਾ ਹੀ ਅਭਾਜ ਹੈ। ਜਦੋਂ ਤੁਸੀਂ ਵੱਡੀਆਂ ਕਲਾਸਾਂ ਦੇ ਵਿੱਚ ਅਭਾਜ ਸੰਖਿਆਵਾਂ ਦੀ ਗੱਲ ਕਰਨੀ ਹੈ ਨਾ, ਤੁਸੀਂ ਸਿੱਧੀ ਜਿਹੀ ਇੱਕੋ ਗੱਲ ਯਾਦ ਰੱਖੋ, ਅਭਾਜ ਸੰਖਿਆ ਸ਼ੁਰੂ ਕਿੱਥੋਂ ਹੁੰਦੀ ਹੈ? 2 ਤੋਂ, 1 ਤੋਂ ਨਹੀਂ ਹੁੰਦੀ। ਸਿੱਧੀ ਜਿਹੀ ਗੱਲ ਹੈ, ਅਭਾਜ ਸੰਖਿਆ ਸ਼ੁਰੂ ਕਿੱਥੋਂ ਹੁੰਦੀ ਹੈ? 2 ਤੋਂ। ਹੁਣ ਨੰਬਰ 2 ਸਭ ਤੋਂ ਛੋਟੀ ਜਿਹੜੀ ਮੈਂ ਹੁਣ ਗੱਲ ਕੀਤੀ ਹੈ, ਕਿਉਂਕਿ ਅਭਾਜ ਸੰਖਿਆ 2 ਤੋਂ ਸ਼ੁਰੂ ਹੁੰਦੀ ਹੈ, ਤਾਂ ਸਭ ਤੋਂ ਛੋਟੀ ਅਭਾਜ ਸੰਖਿਆ ਕਿਹੜੀ ਹੈ? 2 ਹੈ। ਸਹੀ ਹੋ ਗਿਆ? ਇਦੋਂ ਬਾਅਦ ਹੁਣ ਗੱਲ ਕਰਦਾ ਮੈਂ ਟਾਂਕ ਤੇ ਜਿਸਤ ਦੀ। ਇਹਨੂੰ ਛੱਡ ਦੋ, ਬਾਕੀ ਦੇਖੋ ਸਾਰੀਆਂ 3 5 7 11 13 17 19 23 29 31 37 41 43 47 ਇਹ ਸਾਰੀਆਂ ਟਾਂਕ ਨੇ। ਤਾਂ ਇਹਦਾ ਮਤਲਬ 2 ਅਜਿਹੀ ਜਿਸਤ ਸੰਖਿਆ ਹੈ ਜੋ ਅਭਾਜ ਹੈ। ਕੱਲੀ 2 ਜਿਸਤ ਸੰਖਿਆ ਹੈ ਜਿਹੜੀ ਅਭਾਜ ਹੈ, ਬਾਕੀ ਸਾਰੀਆਂ ਜਿਸਤ ਸੰਖਿਆਵਾਂ ਕੀ ਹੋਣਗੀਆਂ? ਭਾਜ ਹੋਣਗੀਆਂ। ਕਿਉਂ ਹੋਣਗੀਆਂ? ਸਿੱਧੀ ਜੀ ਗੱਲ ਹੈ, ਇਹ 2 ਦੇ ਪਹਾੜ ਤੇ ਵੰਡੀਆਂ ਜਾਣਗੀਆਂ ਘੱਟੋ ਘੱਟ। ਸਾਰੀਆਂ 2 ਦੇ ਪਹਾੜ ਤੇ ਵੰਡੀਆਂ ਗਈਆਂ ਤਾਂ ਗੁਣਨਖੰਡ ਵੱਧ ਗਏ। ਕਿਉਂਕਿ ਆਪਾਂ ਦੇਖੋ ਅਭਾਜ ਸੰਖਿਆਵਾਂ ਦੀ ਗੱਲ ਕੀਤੀ ਸੀ, ਇਹ ਕਿਹੜੇ ਕਿਹੜੇ ਪਹਾੜ ਤੇ ਵੰਡੀ ਜਾਂਦੀ ਹੈ ਚੈੱਕ ਕਰਕੇ ਦੇਖੋ। 1 ਤੇ ਆਪਣੇ ਆਪ ਤੇ, 1 ਤੇ ਆਪਣੇ ਆਪ ਤੇ, 1 ਤੇ 5 ਤੇ, 1 ਤੇ 7 ਤੇ, 1 ਤੇ 11 ਤੇ, ਮਤਲਬ 1 ਤੇ ਆਪਣੇ ਆਪ ਤੇ ਵੰਡੀ ਜਾਂਦੀ ਹੈ। ਤੇ ਹੁਣ ਜਦੋਂ ਇਹ 1 ਤੇ ਆਪਣੇ ਆਪ ਤੇ ਵੰਡੀ ਗਈ ਤੇ ਹਰੇਕ ਜਿਸਤ ਵਾਲੀ ਸੰਖਿਆ, ਜੋਟੇ ਵਾਲੀ ਸੰਖਿਆ 2 ਤੇ ਨਾਲ ਵੰਡੀ ਜਾਊਗੀ। ਤਾਂ ਕਲੀਅਰ ਹੈ, 2 ਤਾਂ ਫਿਰ ਆਣਾ ਹੀ ਆਣਾ ਹੈ। ਇਸ ਕਰਕੇ ਉਹ ਕਿਹੜੀ ਬਣ ਜਾਊਗੀ? ਭਾਜ ਬਣ ਜਾਊ। ਇੱਥੇ ਇੱਕ ਬੜਾ ਵਧੀਆ ਕੁਐਸਚਨ ਆਉਂਦਾ ਦੋਸਤੋ ਪੇਪਰ ਦੇ ਵਿੱਚ। ਇੱਕ ਕੁਐਸਚਨ ਤਾਂ ਇਹ ਹੈ ਕਿਹੜੀ ਜਿਸਤ ਸੰਖਿਆ ਭਾਜ ਹੈ? ਆਨਸਰ ਆ ਗਿਆ 2। ਇੱਕ ਕੁਐਸਚਨ ਹੈ ਕਿੰਨੀਆਂ ਜਿਸਤ ਸੰਖਿਆਵਾਂ ਭਾਜ ਦੇ? ਕਿੰਨੀਆਂ? ਗਿਣਤੀ ਪੁੱਛ ਲਈ, ਇੱਕੋ ਹੀ ਹੈ ਕਿਉਂਕਿ ਸਿਰਫ 2 ਹੈ ਤੇ ਇਹਦੀ ਗਿਣਤੀ ਕਿੰਨੀ ਹੈ? ਇੱਕੋ ਹੀ ਹੈ। ਇਹ ਕੱਲੀ ਜਿਸਤ ਸੰਖਿਆ ਇਹ ਜੀ ਹੈ ਜਿਹੜੀ ਅਭਾਜ ਹੈ, ਬਾਕੀ ਸਾਰੀਆਂ ਕੀ ਨੇ? ਭਾਜ ਨੇ। ਤਾਂ ਇਹ ਥੋੜਾ ਧਿਆਨ ਰੱਖਿਓ, ਕੁਐਸਚਨ ਕੀ ਪੁੱਛਿਆ ਗਿਆ? ਕਿਹੜੀ ਜਿਸਤ ਸੰਖਿਆ ਪੁੱਛੀ? ਆਨਸਰ 2 ਆਊਗਾ। ਕਿੰਨੀਆਂ ਜਿਸਤ ਸੰਖਿਆਵਾਂ ਪੁੱਛੀਆਂ? ਆਨਸਰ 1 ਆਊਗਾ। ਸਭ ਤੋਂ ਛੋਟੀ ਭਾਜ ਸੰਖਿਆ 4 ਹੈ। ਇਹੀ ਹੋ ਗਿਆ ਨਾ। ਅੱਗੇ ਸਭ ਤੋਂ ਛੋਟੀ ਟਾਂਕ ਭਾਜ ਸੰਖਿਆ, ਟਾਂਕ ਭਾਜ ਸੰਖਿਆ ਦੇਖੋ ਸਭ ਤੋਂ ਛੋਟੀ 9 ਹੈ। ਤਾਂ ਇਸ ਤਰੀਕੇ ਦੇ ਨਾਲ ਆਪਾਂ ਉਹਦੇ ਕਿੰਨੇ ਵੀ ਕੁਐਸਚਨ ਬਣਾ ਸਕਦੇ ਹਾਂ। ਆ ਬੜੇ 3-4 ਇੰਪੋਰਟੈਂਟ ਕੁਐਸਚਨ ਹੈ। ਪਹਿਲਾ ਪਾਰਟ ਕੀ ਹੈ? ਇੱਕ ਅਜਿਹੀ ਸੰਖਿਆ ਜੋ ਨਾ ਭਾਜ ਹੈ ਤੇ ਨਾ ਹੀ ਅਭਾਜ ਹੈ। ਆਪਾਂ ਜੋ ਗੱਲ ਕੀਤੀ ਸੀ ਅਭਾਜ ਸੰਖਿਆਵਾਂ ਸ਼ੁਰੂ ਹੀ 2 ਤੋਂ ਹੁੰਦੀਆਂ ਨੇ। ਸਭ ਤੋਂ ਛੋਟੀ ਅਭਾਜ ਸੰਖਿਆ ਕਿਹੜੀ ਆ ਗਈ? 2 ਆ ਗਈ। ਹੁਣ ਦੇਖੋ ਇਹਦੇ ਕੁਐਸਚਨ, ਇਹ ਕੱਲੀ ਜਿਸਤ ਸੰਖਿਆ ਜਿਹੜੀ ਅਭਾਜ ਹੈ ਨਾ, ਤੇ ਕਿੰਨੀਆਂ ਜਿਸਤ ਸੰਖਿਆਵਾਂ ਅਭਾਜ ਹੈ? 1। ਸਭ ਤੋਂ ਛੋਟੀ ਭਾਜ ਸੰਖਿਆ ਕਿਹੜੀ ਹੋ ਗਈ? 4। ਤੇ ਸਭ ਤੋਂ ਛੋਟੀ ਟਾਂਕ ਭਾਜ ਸੰਖਿਆ ਕਿਹੜੀ ਹੋ ਗਈ? 9 ਹੋ ਗਈ। ਤਾਂ ਇਹ ਕੁਝ ਕੁ ਆਪਾਂ ਜੋ ਗੱਲਾਂ ਕੀਤੀਆਂ ਨੇ ਇਹ ਆਪਾਂ ਭਾਜ ਤੇ ਅਭਾਜ ਬਾਰੇ ਕੀਤੀਆਂ ਨੇ। ਇੱਕ ਇਹਦੇ ਵਿੱਚ ਬੜੀ ਇੰਟਰਸਟਿੰਗ ਚੀਜ਼ ਹੈ, ਇੱਕ ਮੈਥ ਵਿਗਿਆਨੀ ਹੋਏ ਨੇ ਬੜੇ ਮਹਾਨ, ਇਰੈਟੋਸਥੀਨਸ।
ਗ੍ਰੀਕ ਯੂਨਾਨੀ ਹੋਏ ਨੇ। ਇਰੈਟੋਸਥੀਨਸ, ਇਹਨਾਂ ਮੈਥ ਵਿਗਿਆਨੀਆਂ ਨੇ ਅਭਾਜ ਸੰਖਿਆਵਾਂ ਨੂੰ ਕੱਢਣ ਦੇ ਲਈ ਇੱਕ ਮੈਥਡ ਦਿੱਤਾ ਹੈ ਜਿਹਨੂੰ ਬੋਲਦੇ ਨੇ ਇਰੈਟੋਸਥੀਨ ਦੀ ਛਲਨੀ, sieve of Eratosthenes, ਜਿਸ ਵਿੱਚ ਉਸਨੇ ਜੋ ਮੈਥਮੈਟੀਸ਼ੀਅਨ ਹੋਏ ਨੇ ਆਪਣੇ ਇਰੈਟੋਸਥੀਨ, ਉਹਨਾਂ ਨੇ ਕੀ ਕੀਤਾ ਹੈ, ਅਭਾਜ ਸੰਖਿਆਵਾਂ ਨੂੰ ਲੱਭਣ ਦੇ ਲਈ ਇੱਕ ਚਾਰਟ ਬਣਾਇਆ ਹੈ, ਇੱਕ ਟੇਬਲ ਬਣਾਇਆ ਹੈ। ਉਹ ਤੁਹਾਡੀ ਇੱਕ ਐਕਟੀਵਿਟੀ ਹੈ ਤੇ ਤੁਸੀਂ ਉਹਨੂੰ ਬੜੇ ਆਰਾਮ ਨਾਲ ਕਰ ਸਕਦੇ ਹੋ। ਇਸ ਤੋਂ ਬਾਅਦ ਕੁਝ ਗੱਲਾਂ ਕਰਦੇ ਹਾਂ। 50 ਤੱਕ ਅਭਾਜ ਸੰਖਿਆਵਾਂ ਕਿਹੜੀਆਂ-ਕਿਹੜੀਆਂ ਨੇ? ਜੋ ਸਭ ਤੋਂ ਇੰਪੋਰਟੈਂਟ ਚੀਜ਼ ਹੈ, ਜੋ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ ਨੇ। 50 ਤੱਕ ਸਭ ਤੋਂ ਪਹਿਲਾਂ ਕਿਹੜੀ ਹੈ? 2। ਮੈਂ ਕਿਹਾ ਸੀ ਨਾ 2 ਤੋਂ ਸ਼ੁਰੂ ਹੁੰਦੀ ਹੈ। 2 3 5 7 11 13 17 19 23 29 31 37 41 43 47। ਤਾਂ ਆਪਣੇ ਕੋਲੇ ਇਹ ਅਭਾਜ ਸੰਖਿਆਵਾਂ ਨੇ। ਇੱਥੇ ਇੱਕ ਮਿਸਕਨਸੈਪਸ਼ਨ ਹੈ, ਗਲਤ ਧਾਰਨਾ ਹੁੰਦੀ ਹੈ ਕਿ ਟਾਂਕ ਸੰਖਿਆ ਅਭਾਜ ਸੰਖਿਆ ਹੁੰਦੀ। ਨਹੀਂ ਦੋਸਤੋ, ਦੇਖੋ ਧਿਆਨ ਨਾਲ, ਹਰੇਕ ਟਾਂਕ ਸੰਖਿਆ, ਪਹਿਲੀ ਗੱਲ ਆਹ ਜਿਸਤ ਪਈ ਹੈ, ਇੱਥੇ ਆਪਾਂ 9 ਮਿਸ ਕਰਤਾ, ਇੱਥੇ 15 ਮਿਸ ਕਰਤਾ, 21 ਮਿਸ ਕਰਤਾ, 33 ਤੇ 35 ਮਿਸ ਹੋ ਗਿਆ, 39 ਮਿਸ ਹੋ ਗਿਆ, 45 ਮਿਸ ਹੋ ਗਿਆ। ਤਾਂ ਹਰੇਕ ਟਾਂਕ ਸੰਖਿਆ ਅਭਾਜ ਸੰਖਿਆ ਨਹੀਂ ਹੈਗੀ। ਤਾਂ ਇਸ ਚੀਜ਼ ਤੇ ਥੋੜਾ ਜਿਹਾ ਧਿਆਨ 'ਚ ਰੱਖਣਾ ਹੈ। ਅਭਾਜ ਸੰਖਿਆ ਕਿਹੜੀ ਹੁੰਦੀ ਹੈ? ਜਿਸ ਦੇ 2 ਗੁਣਨਖੰਡ ਹੋਣ, ਜਿਹੜੀ 2 ਪਹਾੜਿਆਂ ਤੇ ਵੰਡੀ ਜਾਵੇ। ਉਸ ਤੋਂ ਪਹਿਲਾਂ, ਅੱਗੇ ਚੱਲਣ ਤੋਂ ਪਹਿਲਾਂ ਇੱਕ ਬੜੀ ਇੰਪੋਰਟੈਂਟ ਗੱਲ ਕਰਦੇ ਹਾਂ, ਗੋਲਡਬੈਕ। ਗੋਲਡਬੈਕ ਇੱਕ ਮੈਥ ਵਿਗਿਆਨੀ ਹੋਏ ਨੇ ਜਿਨ੍ਹਾਂ ਨੇ ਇੱਕ ਕੰਜੰਕਚਰ ਦਿੱਤਾ ਸੀ। ਕੰਜੰਕਚਰ ਜਿਹਨੂੰ ਆਪਾਂ ਕਹਿੰਦੇ ਹਾਂ ਅਨੁਮਾਨ ਜਾਂ ਅੰਦਾਜ਼ਾ। ਉਹਨਾਂ ਨੇ ਇੱਕ ਅੰਦਾਜ਼ਾ ਲਗਾਇਆ ਸੀ। ਕੀ ਅੰਦਾਜ਼ਾ ਲਗਾਇਆ ਸੀ? ਕੋਈ ਵੀ ਜਿਸਤ ਸੰਖਿਆ ਜੋ 2 ਤੋਂ ਵੱਡੀ ਹੈ ਨੂੰ 2 ਅਭਾਜ ਸੰਖਿਆਵਾਂ ਦੇ ਜੋੜ ਦੇ ਰੂਪ ਵਿੱਚ ਦਰਸਾਇਆ ਜਾ ਸਕਦਾ ਹੈ। ਹੁਣ ਪਹਿਲਾਂ ਤਾਂ ਮੈਂ ਇਸ ਦੀ ਗੱਲ ਕਰਦਾ, ਕੰਜੰਕਚਰ ਕੀ ਹੁੰਦਾ ਹੈ, ਅਨੁਮਾਨ ਕੀ ਹੁੰਦਾ ਹੈ। ਮੈਥ ਦੇ ਵਿੱਚ ਇਹਦਾ ਮਤਲਬ ਕੀ ਹੁੰਦਾ ਵੀ ਇਹ ਜੋ ਇੱਕ ਲਾਈਨ ਉਹਨੇ ਦਿੱਤੀ ਹੈ, ਇੱਕ ਸਟੇਟਮੈਂਟ ਉਹਨੇ ਦਿੱਤੀ ਹੈ, ਇੱਕ ਪਰਿਭਾਸ਼ਾ ਜਾਂ ਉਹਨੇ ਦਿੱਤੀ ਹੈ, ਇਹਦਾ ਹਾਲੇ ਤੱਕ ਕੋਈ ਵੀ ਪ੍ਰੂਫ ਨਹੀਂ ਹੋਇਆ। ਪਰ ਜਦੋਂ ਆਪਾਂ ਉਦਾਹਰਨਾਂ ਲੈਂਦੇ ਹਾਂ, ਇਹ ਸੱਚ ਸਾਬਿਤ ਹੋ ਰਿਹਾ। ਮਤਲਬ ਜਿੰਨੀਆਂ ਵੀ ਆਪਾਂ ਇਹਦੇ ਉਦਾਹਰਨਾਂ ਲੈ ਕੇ ਚੱਲਾਂਗੇ, ਇਹ ਰਿਜ਼ਲਟ ਸੱਚ ਹੋ ਰਿਹਾ ਹੈ, ਪਰ ਇਹ ਅਸਲ ਦੇ ਵਿੱਚ ਹਾਲੇ ਤੱਕ ਪ੍ਰੂਫ ਨਹੀਂ ਹੋਇਆ, ਸਿੱਧ ਨਹੀਂ ਹੋਇਆ। ਇਸੇ ਕਰਕੇ ਇਹਨੂੰ ਬੋਲਦੇ ਨੇ ਕੰਜੰਕਚਰ, ਅਨੁਮਾਨ। ਤੇ ਇਹਦਾ ਕੀ ਨਾਮ ਹੈ? ਗੋਲਡਬੈਕ ਕੰਜੰਕਚਰ। ਕਿਵੇਂ? ਆਪਾਂ ਉਦਾਹਰਨ ਲੈ ਕੇ ਚੱਲਦੇ ਹਾਂ। ਕਹਿੰਦੇ ਕੋਈ ਵੀ ਜਿਸਤ ਸੰਖਿਆ ਜੋ 2 ਤੋਂ ਵੱਡੀ ਹੋਵੇ, 4 6 8 10 12 14, ਕੋਈ ਵੀ ਲੈ ਲਓ ਤੁਸੀਂ, ਉਸ ਨੂੰ 2 ਅਭਾਜ ਸੰਖਿਆਵਾਂ ਦੇ ਜੋੜ ਦੇ ਰੂਪ ਵਿੱਚ ਦਰਸਾਇਆ ਜਾ ਸਕਦਾ ਹੈ। ਹੁਣ 4 ਨੂੰ ਆਪਾਂ ਕੀ ਲਿਖ ਸਕਦੇ ਹਾਂ? 1 + 3 ਤੇ 2 + 2 ਹੈ ਨਾ। 1 ਤੇ 3 4, 2 ਤੇ 2 4। ਆਹ ਅਭਾਜ ਸੰਖਿਆ ਨਹੀਂ ਹੈਗੀ, ਇਹਨੂੰ ਛੱਡ ਦਿਓ। 2 ਅਭਾਜ ਸੰਖਿਆ ਹੈ, ਤਾਂ ਜਿਸਤ ਸੰਖਿਆ ਜੋ 2 ਤੋਂ ਵੱਡੀ ਹੈ ਉਹਨੂੰ ਅਭਾਜ ਸੰਖਿਆਵਾਂ ਦੇ ਜੋੜ ਦੇ ਰੂਪ ਵਿੱਚ ਦਰਸਾਇਆ ਜਾ ਸਕਦਾ ਹੈ। ਆਪਾਂ 6 ਦੀ ਗੱਲ ਕਰਦੇ ਹਾਂ। 1 ਤੇ 5 6, 2 ਤੇ 4 6, 3 ਤੇ 3 6।
6 ਨੂੰ ਜੋੜ ਦੇ ਰੂਪ ਵਿੱਚ 3 ਜੋੜੇ ਬਣ ਰਹੇ ਹੈ। ਇੱਕ ਉਰੇ ਅਭਾਜ ਸੰਖਿਆ ਨਹੀਂ ਹੈਗੀ, ਕੱਟ ਗਿਆ। ਇਹ ਅਭਾਜ ਸੰਖਿਆ 4 ਇੱਥੇ ਨਹੀਂ ਹੈਗੀ, ਕੱਟ ਗਿਆ। ਇਹ ਕੀ ਹੈ? ਅਭਾਜ ਸੰਖਿਆ। 8 ਦੀ ਗੱਲ ਕਰਦੇ ਹਾਂ। 1 + 7, 2 + 6, 3 + 5, 4 + 4। ਇੱਕ ਅਭਾਜ ਸੰਖਿਆ ਨਹੀਂ ਹੈਗੀ, 2 ਹੈਗੀ ਹੈ, 6 ਨਹੀਂ ਹੈਗੀ। ਆ ਦੋਨੋਂ ਕੀ ਨੇ? ਅਭਾਜ ਸੰਖਿਆਵਾਂ 3 ਤੇ 5। ਇਹ ਹੈ ਨਹੀਂ। ਤਾਂ ਉਹੀ ਦੇਖੋ, ਦੋ ਅਭਾਜ ਸੰਖਿਆਵਾਂ ਦੇ ਜੋੜ ਦੇ ਰੂਪ ਵਿੱਚ ਦਰਸਾਇਆ ਜਾ ਸਕਦਾ। ਸੇਮ ਆਪਾਂ 10 ਦੀ ਗੱਲ ਕਰਦੇ ਹਾਂ। 1 + 9, 2 + 8, 3 + 7, 4 + 6, 5 + 5। ਇੱਕ ਅਭਾਜ ਸੰਖਿਆ ਨਹੀਂ ਹੈਗੀ, 8 ਅਭਾਜ ਸੰਖਿਆ ਨਹੀਂ ਹੈਗੀ। ਆ ਦੋਨੇ ਅਭਾਜ ਸੰਖਿਆਵਾਂ ਨੇ, ਆ ਨਹੀਂ ਹੈਗੀ, ਆ ਦੋਨੇ ਅਭਾਜ ਹੈ। ਤਾਂ ਤੁਸੀਂ ਦੇਖ ਸਕਦੇ ਹੋ, ਇੱਕ ਨਹੀਂ ਇਹ 2 ਜੋੜੇ ਵੀ ਆ ਸਕਦੇ ਨੇ। ਤਾਂ ਤੁਸੀਂ ਜਦੋਂ ਕੋਈ ਵੀ ਜਿਸਤ ਸੰਖਿਆ ਲਓਗੇ ਜਿਹੜੀ 2 ਤੋਂ ਵੱਡੀ ਹੈ, ਉਸ ਨੂੰ ਆਪਾਂ ਅਭਾਜ ਸੰਖਿਆਵਾਂ ਦੇ ਜੋੜ ਦੇ ਰੂਪ ਵਿੱਚ ਦਰਸਾ ਸਕਦੇ ਹਾਂ। ਆਪਾਂ ਹੁਣ ਦੇਖੋ 12 ਦੀ ਗੱਲ ਕਰ ਸਕਦੇ ਹਾਂ। ਤੁਸੀਂ ਕੋਈ ਮਰਜ਼ੀ ਸੰਖਿਆ ਲੈ ਸਕਦੇ ਹੋ, ਜਿਸਤ ਸੰਖਿਆ, ਪਰ ਸ਼ਰਤ ਕੀ ਹੈ? ਉਹ 2 ਤੋਂ ਵੱਡੀ ਹੋਣੀ ਚਾਹੀਦੀ ਹੈ। ਦੇਖੋ 12 ਦੇ ਜੋਟੇ ਕਿਹੜੇ ਕਿਹੜੇ ਬਣਨਗੇ? 1 11, 2 10, 3 9, 4 8, 5 7, 6 6। ਅਗਰ ਆਪਾਂ 14 ਦੀ ਗੱਲ ਕਰੀਏ, 1 13, 2 12, 3 ਤੇ 11, 4 10, 5 9, 6 8। ਤਾਂ ਦੋਸਤੋ ਚੈੱਕ ਕਰਕੇ ਦੇਖਦੇ ਹਾਂ। ਇੱਕ ਅਭਾਜ ਸੰਖਿਆ ਨਹੀਂ ਹੈਗੀ, 10 ਨਹੀਂ ਹੈਗੀ, 3 ਹੈਗੀ, 9 ਨਹੀਂ ਹੈਗੀ, ਇਹ ਦੋਨੋਂ ਨਹੀਂ ਹੈਗੀਆਂ। ਆ ਅਭਾਜ ਸੰਖਿਆ 5 ਵੀ ਹੈ, 7 ਵੀ ਹੈ, 6 ਨਹੀਂ ਹੈਗੀ। ਤਾਂ ਦੇਖੋ ਇੱਥੇ ਫਿਰ ਕੀ ਆ ਗਿਆ? 5 + 7। ਇੱਥੇ ਇੱਕ ਅਭਾਜ ਸੰਖਿਆ ਨਹੀਂ ਹੈਗੀ, ਇੱਥੇ 12 ਨਹੀਂ ਹੈਗੀ। ਆ ਦੋਨੇ ਅਭਾਜ ਸੰਖਿਆਵਾਂ ਨੇ, ਆ ਵੀ ਨਹੀਂ ਹੈਗੀ, 9 ਹੈ ਨਹੀਂ, ਇਹ ਨਹੀਂ ਹੈਗੀ। ਤਾਂ ਇਸ ਤਰੀਕੇ ਨਾਲ ਆਪਾਂ ਲਿਖ ਸਕਦੇ ਹਾਂ ਕਿਸੇ ਵੀ ਜਿਸਤ ਸੰਖਿਆ ਨੂੰ 2 ਅਭਾਜ ਸੰਖਿਆਵਾਂ ਦੇ ਜੋੜ ਦੇ ਰੂਪ ਦੇ ਵਿੱਚ। ਤਾਂ ਇਹ ਹੋ ਗਿਆ ਗੋਲਡਬੈਕ ਕੰਜੰਕਚਰ, ਗੋਲਡਬੈਕ ਦਾ ਅਨੁਮਾਨ, ਗੋਲਡਬੈਕ ਦਾ ਅੰਦਾਜ਼ਾ। ਕੀ ਹੋ ਗਿਆ? ਕੋਈ ਵੀ ਜਿਸਤ ਸੰਖਿਆ ਜੋ 2 ਤੋਂ ਵੱਡੀ ਹੈ ਨੂੰ ਅਭਾਜ ਸੰਖਿਆਵਾਂ ਦੇ ਜੋੜ ਦੇ ਰੂਪ ਵਿੱਚ ਦਰਸਾਇਆ ਜਾ ਸਕਦਾ ਹੈ। ਇਸ ਤੋਂ ਬਾਅਦ ਆਪਾਂ ਗੱਲ ਕਰਨੇ ਹੈ ਇੱਕ ਨਵੀਂ ਟਰਮ ਦੀ, ਅਭਾਜ ਜੋੜੇ ਦੀ। ਟਵਿਨ ਪ੍ਰਾਈਮਸ ਦੇ ਅਭਾਜ ਜੋੜੇ ਕੀ ਹੁੰਦੇ ਆ? ਟਵਿਨ ਪ੍ਰਾਈਮਸ ਕਿਹੜੇ ਹੁੰਦੇ ਆ? 2 ਅਭਾਜ ਸੰਖਿਆਵਾਂ ਦਾ ਅੰਤਰ 2 ਹੋਵੇ ਤਾਂ ਉਹ ਅਭਾਜ ਜੋੜੇ ਹੁੰਦੇ ਹਨ। मतलब ਕੀ ਹੋ ਗਿਆ? डिफरेंस of 2 prime number is 2 are called twin primes। ਆਪਾਂ ਦੇਖਦੇ ਹਾਂ 3 ਤੇ 5 ਦੋਨੇ ਅਭਾਜ ਸੰਖਿਆਵਾਂ ਹੈ ਤੇ ਦੋਹਾਂ ਦਾ ਅੰਤਰ ਕਿੰਨਾ ਹੈ? 2 ਹੈ। ਇਹ ਅਭਾਜ ਜੋੜੇ ਹੈ। 5 ਤੇ 7 ਦੋਨੇ ਅਭਾਜ ਸੰਖਿਆਵਾਂ ਨੇ, ਦੋਹਾਂ ਦਾ ਅੰਤਰ ਕਿੰਨਾ ਹੈ? 2 ਹੈ। 11 13 ਦੋਨੇ ਅਭਾਜ ਸੰਖਿਆਵਾਂ ਨੇ, ਦੋਹਾਂ ਦਾ ਅੰਤਰ ਕਿੰਨਾ ਹੈ? 2 ਹੈ। 17 19 29 31 41 43। ਤਾਂ ਇਸ ਤਰੀਕੇ ਨਾਲ ਆਪਾਂ ਕਿੰਨੇ ਹੀ ਅਭਾਜ ਜੋੜੇ ਬਣਾ ਸਕਦੇ ਹਾਂ। ਇਸ ਤਰੀਕੇ ਨਾਲ ਆਪਾਂ ਕਿੰਨੇ ਹੀ ਅਭਾਜ ਜੋੜੇ ਬਣਾ ਸਕਦੇ ਹਾਂ। ਤਾਂ ਇਹ ਹੋ ਗਿਆ ਦੋਸਤੋ ਅਭਾਜ ਜੋੜਿਆਂ ਦਾ। ਅਣਗਿਣਤ ਅਭਾਜ ਜੋੜੇ ਨੇ ਆਪਣੇ ਕੋਲੇ। ਤਾਂ ਇੱਕ ਟਰਮ ਲੈ ਕੇ ਚੱਲੇ ਆਪਾਂ ਟਵਿਨ ਪ੍ਰਾਈਮਸ ਦੀ, ਅਭਾਜ ਜੋੜਿਆਂ ਦੀ। ਇਸੇ ਤਰੀਕੇ ਨਾਲ ਇੱਕ ਟਰਮ ਹੋਰ ਹੈ ਆਪਣੇ ਕੋਲੇ, ਅਭਾਜ ਤਿਕੜੀ, ਤ੍ਰਿਗੁਟ, ਪ੍ਰਾਈਮ ਟ੍ਰਿਪਲੇਟ।
ਤਾਂ ਫਿਰ ਉਹ ਕੀ ਹੋ ਗਿਆ, ਜੋੜਾ 2 ਤਿੱਕੜੀ। 3 ਅਭਾਜ ਸੰਖਿਆਵਾਂ, 2 ਨਹੀਂ 3, ਆਪਾਂ ਤਿੱਕੜੀ ਦੀ ਗੱਲ ਕਰਨੀ ਹੈ, ਜਿੱਥੇ ਅੰਤਰ 2 ਹੋਵੇ। 3 5 7, ਆ ਦੇਖੋ 3 5 7, ਇਹਦਾ ਅੰਤਰ 2 ਹੈ, ਇਹਦਾ ਅੰਤਰ 2 ਹੈ। ਤੇ ਮੈਥ ਦੇ ਵਿੱਚ ਇਹ ਸਿਰਫ ਇੱਕੋ ਹੀ ਹੈ, ਇਹੀ ਹੈ। ਹੋਰ ਇਸ ਤੋਂ ਬਾਅਦ ਕੋਈ ਵੀ ਇਹੋ ਜਿਹੀਆਂ 3 ਸੰਖਿਆਵਾਂ ਨਹੀਂ ਹੈਗੀਆਂ ਜਿਨ੍ਹਾਂ ਦਾ ਅੰਤਰ 2 2 ਹੋਵੇ। ਤੁਸੀਂ ਚੈੱਕ ਕਰ ਸਕਦੇ ਹੋ, ਆ ਦੇਖੋ, ਅਗਰ 11 13 ਲੈ ਰਹੇ ਹੋ, 9 ਲਓਗੇ 3 ਤੇ ਵੰਡਿਆ ਗਿਆ, 15 ਲਓਗੇ 3 ਤੇ ਵੰਡਿਆ ਗਿਆ, ਕਿਉਂਕਿ ਇਸ ਤੋਂ ਬਾਅਦ ਹੋਰ ਕੋਈ ਵੀ 3 ਲਗਾਤਾਰ ਅਭਾਜ ਸੰਖਿਆਵਾਂ ਲੈ ਕੇ ਚੱਲ, ਪਹਿਲੀ ਗੱਲ ਅਭਾਜ ਸੰਖਿਆ ਹੈ ਹੀ ਨਹੀਂ ਆਪਣੇ ਕੋਲ ਇਸ ਕੇਸ ਦੇ ਵਿੱਚ। ਇਨ ਕੇਸ ਤੁਸੀਂ 3 ਲਗਾਤਾਰ ਟਾਂਕ ਵੀ ਲੈ ਕੇ ਚੱਲੋਗੇ ਨਾ, ਤਾਂ ਇੱਕ ਸੰਖਿਆ ਹਮੇਸ਼ਾ 3 ਤੇ ਵੰਡੀ ਜਾਣੀ ਹੈ। ਤਾਂ ਆਪਣੇ ਕੋਲ ਸਿਰਫ ਮੈਥ ਦੇ ਵਿੱਚ ਇੱਕੋ ਹੀ ਤਿੱਕੜੀ ਹੈ, 3 5 7, ਜਿੱਥੇ ਉਹਨਾਂ ਦਾ ਜਿਹੜਾ ਅੰਤਰ ਹੈ ਉਹ ਆਪਸ ਦੇ ਵਿੱਚ ਕੀ ਹੈ, 2 2 ਹੈ। ਹੁਣ ਆਪਾਂ ਜੋ ਗੱਲ ਕਰਨੀ ਹੈ, ਆਪਾਂ ਨੂੰ ਕਿਵੇਂ ਪਤਾ ਲੱਗਣਾ ਹੈ ਕਿ ਕੋਈ ਸੰਖਿਆ ਅਭਾਜ ਸੰਖਿਆ ਹੈ। ਸਭ ਤੋਂ ਇੰਪੋਰਟੈਂਟ ਚੀਜ਼, ਮੈਂ ਇੱਕ ਸੰਖਿਆ ਲਿਖ ਰਿਹਾ ਇੱਥੇ, ਆਪਾਂ ਲਿਖਤੀ ਅਭਾਜ ਸੰਖਿਆ ਪਤਾ ਕਰਨਾ, ਇਹ ਬੜੀ ਇੰਪੋਰਟੈਂਟ ਚੀਜ਼ ਹੈ। एक 147 ਲਿਖਤੀ मैंने, ਕੀ ਇਹ ਭਾਜ ਸੰਖਿਆ ਹੈ ਜਾਂ ਅਭਾਜ ਸੰਖਿਆ ਹੈ? ਬੜੀ ਇੰਟਰਸਟਿੰਗ ਚੀਜ਼ ਹੈ। ਹੁਣ ਕਿੰਨੇ ਪਹਾੜਿਆਂ ਤੱਕ ਆਪਾਂ ਵੰਡੀਏ, ਕਿਉਂਕਿ ਆਏ ਤਾਂ ਆਪਾਂ ਵੰਡੀ ਚੱਲਾਂਗੇ 2 3 4 5 6 7 8 9 10 11 12 13 14 15 16, ਤਾਂ ਆਪਾਂ ਕਿੰਨੇ ਪਹਾੜਿਆਂ ਤੇ ਵੰਡੀਏ, ਕਿੱਥੋਂ ਤੱਕ ਵੰਡੀਏ ਕਿ ਆਪਾਂ ਨੂੰ ਕਲੀਅਰ ਹੋ ਜਾਏ। ਹੋ ਸਕਦਾ 3 ਤੇ ਵੀ ਵੰਡਿਆ ਜਾਵੇ, ਪਰ ਹੋ ਸਕਦਾ 11 ਤੱਕ ਚੱਲੀਏ, ਫਿਰ 12 ਤੱਕ ਚੱਲੀਏ, ਫਿਰ 13 ਤੱਕ ਚੱਲੀਏ। ਇੱਕ ਮੈਂ ਲਿਖਤਾ 169, ਆਲੋ 197 ਲਿਖਤਾ। ਤਾਂ ਆਪਣੇ ਕੋਲ ਕਿੰਨੀਆਂ ਹੀ ਸੰਖਿਆਵਾਂ ਨੇ, ਪਰ ਸਵਾਲ ਇਹ ਉੱਠਦਾ ਹੈ ਆਪਾਂ ਇਹਨਾਂ ਨੂੰ ਕਿੱਥੋਂ ਤੱਕ ਵੰਡੀਏ, ਹੈ ਨਾ ਇੰਪੋਰਟੈਂਟ ਚੀਜ਼। ਤਾਂ ਫਿਰ ਆਪਾਂ ਕੀ ਕਰਾਂਗੇ, ਮੈਂ ਕੁਝ ਨਿਯਮ ਦੱਸਦਾ। ਅਗਰ 200 ਤੱਕ ਸੰਖਿਆਵਾਂ ਹੋਣ, ਅਗਰ 200 ਤੱਕ ਸੰਖਿਆਵਾਂ ਹੋਣ, ਇਹ 200 ਤੱਕ ਹੈ, 199 ਤੱਕ ਹੀ 200 ਤੱਕ ਸੰਖਿਆਵਾਂ ਹੋਣ, ਤਾਂ ਤੁਸੀਂ ਕੀ ਕਰਨਾ ਹੈ, 15 ਤੱਕ ਅਭਾਜ ਸੰਖਿਆਵਾਂ ਲਿਖ ਲਓ। 15 ਤੱਕ ਕਹਿ ਰਿਹਾ ਮੈਂ 15 ਅਭਾਜ ਸੰਖਿਆਵਾਂ ਨਹੀਂ ਕਹਿ ਰਿਹਾ। ਕਿਹੜੀਆਂ ਕਿਹੜੀਆਂ ਹੋ ਗਈਆਂ, 2 3 5 7 11 13, ਇਹ ਹੋ ਗਿਆ। ਤਾਂ ਅਗਰ ਉਹ ਸੰਖਿਆ ਆ 6 ਪਹਾੜਿਆਂ ਦੇ ਵਿੱਚੋਂ ਕਿਸੇ ਵੀ ਇੱਕ ਪਹਾੜੇ ਤੇ ਵੰਡੀ ਗਈ, ਆ 6 ਪਹਾੜਿਆਂ ਵਿੱਚੋਂ ਕਿਸੇ ਵੀ ਇੱਕ ਪਹਾੜੇ ਤੇ ਵੰਡੀ ਗਈ, ਤਾਂ ਉਹ ਕੀ ਹੈ, ਭਾਜ ਹੈ? ਨਹੀਂ, ਉਹ ਕੀ ਹੈ, ਅਭਾਜ ਹੈ। ਤੁਹਾਨੂੰ ਹੋਰ ਕੁਝ ਵੀ ਚੈੱਕ ਕਰਨ ਦੀ ਲੋੜ ਨਹੀਂ ਹੈਗੀ। ਆਪਾਂ ਚੈੱਕ ਕਰਦੇ ਹਾਂ। 147 ਦੀ ਗੱਲ ਕੀਤੀ ਸੀ, ਕਲੀਅਰ ਹੈ, ਟਾਂਕ ਸੰਖਿਆ ਹੈ, ਇਹ 2 ਤੇ ਨਹੀਂ ਵੰਡੀ ਜਾਂਦੀ। ਆਪਾਂ 3 ਤੇ ਚੈੱਕ ਕਰਦੇ ਹਾਂ। 4 ਤੀਏ 12, 2 27, 9 ਤੀਆ 27, ਇਹ ਵੰਡੀ ਗਈ। ਇਹਦਾ ਮਤਲਬ ਇਹ ਭਾਜ ਸੰਖਿਆ ਹੈ। ਠੀਕ ਹੈ। ਹੁਣ ਮੈਂ 169 ਉਦਾਹਰਨ ਲਈ ਸੀ ਨਾ, ਆਪਾਂ 169 ਉਦਾਹਰਨ ਲਈ ਆ। ਇਹ ਕਲੀ ਹੈ, 2 ਤੇ ਨਹੀਂ ਵੰਡੀ ਜਾਂਦੀ। 3 ਤੇ ਆਪਾਂ ਚੈੱਕ ਕਰਦੇ ਹਾਂ। 5 ਤੀਏ 15, 1 9, 6 ਤੀਏ 18, ਇਹ ਨਹੀਂ ਵੰਡੀ ਜਾਂਦੀ। 5 ਦੇ ਲਈ ਆਪਾਂ ਨੂੰ ਪਤਾ ਹੈ ਅਖੀਰਲਾ 5 ਹੋਣਾ ਚਾਹੀਦਾ, ਨਹੀਂ ਵੰਡੀ ਜਾਂਦੀ। ਆਪਾਂ 7 ਤੇ ਚੈੱਕ ਕਰਦੇ ਹਾਂ। 7 ਦੂਣੀ 14, 2 29, 7 ਚੌਕਾ 28, ਇਹ 7 ਤੇ ਵੀ ਨਹੀਂ ਵੰਡੀ ਜਾਂਦੀ। ਆਪਾਂ 11 ਤੇ ਚੈੱਕ ਕਰਾਂਗੇ। ਫਿਰ 11 ਏਕਮ 11, 5 9, 11 5 55, 4 5, ਇਹ ਵੀ ਨਹੀਂ ਵੰਡੀ ਜਾਂਦੀ। ਹੁਣ ਆਪਾਂ ਇਹਨੂੰ 13 ਤੇ ਚੈੱਕ ਕਰਾਂਗੇ। 13 ਏਕਮ 13, 3 9, 13 ਤੀਆ 39, ਤਾਂ ਇਹ 13 ਤੇ ਵੰਡੀ ਗਈ। ਇਹ ਕੀ ਹੈ, ਭਾਜ ਸੰਖਿਆ ਹੈ। ਤਾਂ ਇਹ ਤਰੀਕਾ ਹੁੰਦਾ ਹੈ ਕਿ 200 ਤੱਕ ਅਗਰ ਸੰਖਿਆਵਾਂ ਨੂੰ ਚੈੱਕ ਕਰਨਾ ਹੋਵੇ ਤਾਂ ਕੀ ਕਰਾਂਗੇ, 15 ਤੱਕ ਜਿਹੜੀਆਂ ਅਭਾਜ ਸੰਖਿਆਵਾਂ ਨੇ, 15 ਕਹਿ ਲਓ 14 ਕਹਿ ਲਓ, ਕਿਉਂਕਿ 14 15 ਦਾ ਅਭਾਜ ਸੰਖਿਆ ਹੈ ਹੀ ਨਹੀਂ ਆਪਣੇ ਕੋਲੇ। ਤਾਂ ਜਿਹੜੀਆਂ 6 ਅਭਾਜ ਸੰਖਿਆਵਾਂ ਨੇ, ਆਪਾਂ ਸਿਰਫ ਇਸ ਤੇ ਚੈੱਕ ਕਰਨਾ ਹੈ। ਹੁਣ ਆਪਣੇ ਕੋਲ ਦੇਖੋ ਤੀਜੀ ਉਦਾਹਰਨ 197 ਦੀ ਪਈ ਹੈ ਨਾ, ਆਜੋ ਚੈੱਕ ਕਰੀਏ।
2 ਤੇ नहीं वंडिया जाता क्योंकि टांक संख्या है। आप 3 ते चेक करते हैं। 6 तीए 18, 1 17, 5 तीए 15, 2 बाकी बच गया। 3 ते नहीं वंडिया जाता, 5 ते भी नहीं वंडिया जाता क्योंकि अखीरला अंक 5 हुंदा है। आप 7 ते देखते हैं। 7 दूनी 14, 5 7, 8 7 56, 1 बाकी बच गया। 7 ते भी नहीं वंडिया जाता। आप 11 ते देखते हैं। 11 एकम 11, 8 7, 11 7 77, 10 बाकी बच गया। आप 13 ते चेक करांगे। 13 एकम 13, 6 67, 13 5 65, 2 बाकी बच गया। तो यदा मतलब आ 6 च तो किसी पहाड़ ते वंडिया नहीं जाता, तो फिर की हो गया 197 है जिहड़ी वो किहड़ी संख्या है, अपाद संख्या है। तो की हो गया फिर दोस्तों, 200 तक चैक करने दे लई आपां नूं अलग अलग संख्यावां दे चैक करने की लोड़ नहीं हैगी। आपां सिर्फ पहलियां 6 अपाद संख्यावां ते चैक करांगे। अगर चैक हो गया तो वह वंडी गई तो भाज है, नहीं वह अपाज है। इसे तरीके नाल अगर संख्या 200 तो वड्डी होवे, तुहाडे दिमाग 'च क्वेश्चन आने, अगर 300 तक संख्यावां होण, तक होण तो आपां 18 तक अपाद संख्या की गल करते हैं। हुण 18 तक अपाद संख्यावां 2 3 5 7 11 13 17, सिर्फ 1 वध गई, सिर्फ 1 वध गई, बाकी सारियां ओमे दी ओमे, सिर्फ एक संख्या वधाई है। देखो मैं ज़्यादा फर्क नहीं पाया, तो 300 तक वधन के लिए आप एक संख्या होर वधा लांगे। आई अगर आप 400 तक संख्यावां होन तो आप की करांगे 20 तक अपाद संख्यावां ते चेक करांगे। 2 3 5 7 11 13 17 ते 19, 20 तक किहड़ी हो गया 19, उरे 1 वध गया। तो दोस्तों मैं सिर्फ 400 तक की गल की है क्योंकि ये अलग अलग रूल ने। देखो ये कोई रूल नहीं है भी यह एक वधी जाती है, ये गल ध्यान रखियो भी 500 तक जरूरी नहीं हो भी सकता है, 600 तक की हो रहा है, तो ये कोई जरूरी नहीं हैगा कि यह एक वधी जाती है। कुछ अलग अलग रूल्स बने हुए हैं, पर मैं तुहानूं एक डायरैक्ट वे नाल दस्सिया। तो यह कुछ किते रूल ने, कुछ टैक्नीकल पॉइंट्स ने जिहदे नाल आपां क्वेश्चन नूं बहुत आसानी दे नाल चेक कर सकते हैं कि वह अपाद संख्या है या नहीं। थैंक यू।